पंजाबी रेडियो जो वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਅੱਜ ਬਲਤੇਜ ਪੰਨੂ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਚੋਪਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ, ਸੁੱਚਾ ਸਿੰਘ ਜੀ ਫਰੈਜ਼ਨੋ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ ਅਤੇ ਸੁਰਿੰਦਰ ਸਿੰਘ ਜੀ ਚੋਪਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਰਾਹੁਲ ਦੇ ਨਾਲ ਹੀ ਅਖਬਾਰਾਂ ਪੜ੍ਹੀਆਂ ਪਈਆਂ ਕਿ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਮਿਲਣੀ ਹੈ, ਬੜੇ ਲਾਗੇ ਆ ਜੀ, ਇੱਕ ਦਾ ਸਟੈਪ ਹੀ ਰਹਿ ਗਿਆ, ਪਰ ਵਿਰੋਧੀਆਂ ਵੱਲੋਂ ਹਮਲੇ। ਬਿਲਕੁਲ ਜੀ, ਰਾਹੁਲ ਗਾਂਧੀ ਹੋਰਾਂ ਨੇ ਆਪਣਾ ਜਿਹੜਾ ਜੀ ਉਹ ਨੋਮੀਨੇਸ਼ਨ ਪੇਪਰ ਦਾਖਲ ਕੀਤਾ। ਲਗਭਗ ਤਕਰੀਬਨ ਤੈਅ ਹੀ ਹੈ ਜੀ ਕਿ ਰਾਹੁਲ ਗਾਂਧੀ ਹੋਰੀ ਜਿਹੜੇ ਨੇ ਉਹ ਪ੍ਰਧਾਨ ਬਣ ਜਾਣਗੇ। ਅੱਜ ਜਿਹੜੀ ਇਸकी ਹੋਣੀ ਹੈ ਜੀ ਪੇਪਰਾਂ ਦੀ, ਔਰ ਰਾਹੁਲ ਗਾਂਧੀ ਹੋਰੀ ਇਕੱਲੇ ਉਮੀਦਵਾਰ ਹੋਏ ਤਾਂ 11 ਦਸੰਬਰ ਨੂੰ 3 ਵਜੇ ਜਿਹੜਾ ਜੀ ਉਹ ਨਾਮ ਵਾਪਸ ਲੈਣ ਦੀ ਜਿਹੜਾ ਸਮਾਂ ਆ ਉਹ ਖਤਮ ਹੋ ਜਾਊਗਾ, ਔਰ ਉਹਨਾਂ ਦਾ ਜਿਹੜਾ ਯੂਨਾਨੀਮਸਲੀ ਜਿਹੜਾ ਉਹ ਚੁਣਿਆ ਜਾਊਗਾ। 32 ਸਾਲ ਬਾਅਦ ਪਾਰਟੀ ਦੀ ਜਿਹੜੀ ਕਮਾਨ ਹੈ ਜੀ ਉਹ ਯੁਵਾ ਹੱਥਾਂ ਦੇ ਵਿੱਚ ਹੋਊਗੀ। 1985 ਦੇ ਵਿੱਚ 41 ਸਾਲ ਦੀ ਉਮਰ ਦੇ ਵਿੱਚ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਹੋਰੀ ਜਿਹੜਾ ਜੀ ਉਹ ਕਾਂਗਰਸ ਦੇ ਪ੍ਰਧਾਨ ਬਣੇ ਸੀਗੇ। ਜੇ ਓਵਰਆਲ ਦੇਖੀਏ ਤਾਂ ਸਭ ਤੋਂ ਲੰਬਾ ਸਮਾਂ ਸੋਨੀਆ ਗਾਂਧੀ ਹੋਰੀ ਪ੍ਰਧਾਨ ਰਹੇ ਨੇ। ਮੋਤੀ ਲਾਲ ਨਹਿਰੂ 2 ਸਾਲ, ਜਵਾਹਰ ਲਾਲ ਨਹਿਰੂ 8 ਸਾਲ, ਇੰਦਰਾ ਗਾਂਧੀ ਹੋਰੀ 8 ਸਾਲ, ਰਾਜੀਵ ਗਾਂਧੀ ਹੋਰੀ 7 ਸਾਲ ਤੇ ਸੋਨੀਆ ਗਾਂਧੀ ਹੋਰੀ 19 ਸਾਲ ਜਿਹੜਾ ਉਹ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਰਹੇ। ਜਿਹੜੇ ਕਾਂਗਰਸੀ ਨੇ ਮੁਲਕ ਭਰ ਦੇ ਵਿੱਚੋਂ ਸੂਬਿਆਂ ਦੇ ਨੇਤਾ ਉਹ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਕੱਲ੍ਹ ਦੇ ਪਹੁੰਚੇ ਹੋਏ ਨੇ। ਅੱਜ ਸ਼ਾਮ ਤੱਕ, ਕਿਉਂਕਿ ਜੇ ਕਿਸੇ ਕੋਈ ਹੋਰ ਉਮੀਦਵਾਰ ਨਹੀਂ ਆਉਂਦਾ ਜਿਹਦੀ ਆਸ ਬਹੁਤ ਥੋੜ੍ਹੀ ਆ, ਤੇ ਇਹ ਜਿਹੜਾ ਜੀ ਲਗਭਗ ਅਨਾਊਂਸ ਕਰ ਦਿੱਤਾ ਜਾਊਗਾ ਕਿ ਰਾਹੁਲ ਗਾਂਧੀ ਹੋਰੀ ਜਿਹੜਾ ਜੀ ਉਹ ਕਾਂਗਰਸ ਦੇ ਅਗਲੇ ਪ੍ਰਧਾਨ ਜਿਹੜੇ ਉਹ ਹੋਣਗੇ। ਇਹਦੇ ਉੱਤੇ ਜਿਹੜੀ ਟਿੱਪਣੀ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਕਾਂਗਰਸ ਕੋਈ ਪਾਰਟੀ ਨਹੀਂ ਹੈ, ਇਹ ਇੱਕ ਕੁਨਬਾ ਹੈ। ਉਹਨਾਂ ਨੇ ਕਿਹਾ ਕਿ ਬਾਦਸ਼ਾਹ ਦੀ ਔਲਾਦ ਜਿਹੜੀ ਹੈ ਜੀ ਉਹਨੂੰ ਸੱਤਾ ਦੇ ਉੱਤੇ ਬਿਠਾਉਣਾ, ਇਹ ਔਰੰਗਜ਼ੇਬੀ ਰਾਜ ਜਿਹੜਾ ਜੀ ਉਹ ਮੁਬਾਰਕ ਹੋਵੇ ਕਾਂਗਰਸੀਆਂ ਨੂੰ। ਦੂਜੇ ਪਾਸੇ ਮਨੀ ਸ਼ੰਕਰ ਅਈਅਰ ਜਿਹੜੇ ਕਾਂਗਰਸੀ ਨੇਤਾ ਨੇ, ਉਹਨਾਂ ਨੇ ਇਹ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਪਹਿਲਾਂ ਇਤਿਹਾਸ ਦੇ ਬਾਰੇ ਦੇ ਵਿੱਚ ਜਾਣ ਲੈਣ। ਉਹਨਾਂ ਨੇ ਕਿਹਾ ਕਿ ਜਹਾਂਗੀਰ ਦੀ ਜਗ੍ਹਾ ਜਦੋਂ ਸ਼ਾਹਜਹਾਂ ਆਏ ਸੀਗੇ ਤਾਂ ਕੀ ਉਦੋਂ ਚੋਣਾਂ ਹੋਈਆਂ ਸੀ, ਜਾਂ ਸ਼ਾਹਜਹਾਂ ਦੀ ਜਗ੍ਹਾ ਦੇ ਉੱਤੇ ਔਰੰਗਜ਼ੇਬ ਆਏ ਸੀਗੇ ਕੀ ਉਦੋਂ ਚੋਣਾਂ ਜਿਹੜੀਆਂ ਉਹ ਹੋਈਆਂ ਸੀਗੀਆਂ। ਔਰ ਉਹਨਾਂ ਨੇ ਇਹ ਕਿਹਾ ਕਿ ਇੱਥੇ ਕੋਈ ਵੀ ਜਿਹੜਾ ਜੀ ਆਪਣਾ ਪਰਚਾ ਭਰ ਸਕਦਾ ਸੀਗਾ ਜਾਂ ਭਰ ਸਕਦਾ ਆ। ਮੈਂ ਕਿਹਾ ਕਿ ਕਿਸੇ ਦੇ ਉੱਤੇ ਕੋਈ ਰੋਕ ਟੋਕ ਨਹੀਂ ਗੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਆਪਣੇ ਤੱਕ ਸੀਮਤ ਰਹੇ, ਕਾਂਗਰਸ ਦੇ ਅੰਦਰੂਨੀ ਕੰਮਾਂ ਦੇ ਵਿੱਚ ਦਖਲ ਜਿਹੜੀ ਉਹ ਨਾ ਹੀ ਦੇ ਜੀ। ਟੱਕੀ ਰਿਜਣ ਦਿਓ ਜੀ। ਅੱਗੇ ਆਪਾਂ ਆਟਾ ਦਾਲ ਸਕੀਮ ਦੀ ਗੱਲ ਕਰਦੇ ਹਾਂ। ਉਸ ਤੇ ਤਾਂ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ, ਸਰਕਾਰ ਇਹਨਾਂ ਤੇ ਨਜ਼ਰਸਾਨੀ ਕਰੂਗੀ। ਐਕਚੁਅਲੀ ਜੀ ਇਸ ਵੇਲੇ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਵਿੱਤੀ ਸੰਕਟ ਦੇ ਵਿੱਚ ਘਿਰੀ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਆਟਾ ਦਾਲ ਸਕੀਮ ਤੇ ਜਿਹੜੀਆਂ ਸਬਸਿਡੀ ਦਿੱਤੀ ਜਾਂਦੀ ਹੈ ਬਿਜਲੀ ਦੇ ਉੱਤੇ, ਇਹਦੇ ਬਾਰੇ ਦੇ ਵਿੱਚ ਨਜ਼ਰਸਾਨੀ ਜਿਹੜੀ ਆ ਉਹ ਕਰ ਰਹੀ ਹੈ। ਜਿਹੜੀਆਂ ਕਿ ਸੂਬੇ ਦੇ ਖਜ਼ਾਨੇ ਨੂੰ ਦੋ ਚੀਜ਼ਾਂ ਜਿਹੜੀਆਂ ਉਹ ਹੂੰਝ ਰਹੀਆਂ ਨੇ। ਇਸ ਸਾਲ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜੀ 10,255 ਕਰੋੜ ਰੁਪਈਏ ਜਿਹੜੀ ਬਿਜਲੀ ਸਬਸਿਡੀ ਤੇ 500 ਕਰੋੜ ਰੁਪਈਏ ਨਵੀਂ ਆਟਾ ਦਾਲ ਯੋਜਨਾ ਦੇ ਉੱਤੇ ਜਿਹੜੇ ਆ ਉਹ ਖਰਚੇ ਜਾਣਗੇ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2-3 ਵਾਰੀ ਕੀਤੀ ਆ ਕਿ ਜਿਹੜੇ ਰੱਜੇ ਪੁੱਜੇ ਕਿਸਾਨ ਨੇ ਜਾਂ ਜਿਹੜੇ ਨੇਤਾ ਨੇ ਉਹ ਬਿਜਲੀ ਸਬਸਿਡੀ ਛੱਡਣ, ਪਰ ਇਹਦਾ ਕੋਈ ਅਸਰ ਜਿਹੜਾ ਜੀ ਉਹ ਹੁੰਦਾ ਨਹੀਂ ਦਿਸ ਰਿਹਾ। ਐਵੇਂ ਟਾਵੇਂ ਜੇ ਹੈ ਨੇ ਜੀ 2-3 ਜਿਨ੍ਹਾਂ ਨੇ ਛੱਡੀ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਛੱਡੀ ਸੀਗੀ, ਜਾਂ ਜਿਹੜੇ ਜੀ ਪਿਛਲੇ ਦਿਨੀ ਐਲਾਨ ਕੀਤਾ ਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਉਹ ਵੀ ਛੱਡ ਰਹੇ ਨੇ, ਜਾਂ ਕੈਪਟਨ ਸਾਹਿਬ ਨੇ ਆਪ ਜਿਹੜੀ ਆ ਛੱਡੀ ਆ। ਇਦੋਂ ਗਾਂ ਇਹ ਗੱਲ ਜਿਹੜੀ ਉਹ ਤੁਰੀ ਨਹੀਂ। ਸੂਬੇ ਦੇ ਵਿੱਚ ਆਟਾ ਦਾਲ ਯੋਜਨਾ ਦੇ 1.39 ਕਰੋੜ ਜਿਹੜੇ ਲੋਕ ਨੇ ਉਹ ਇਹਦਾ ਲਾਹਾ ਲੈਂਦੇ ਨੇ।
ਜਿਹੜੇ MLA ਨੇ ਉਹ ਇਸ ਦੇ ਉੱਤੇ ਨਜ਼ਰਸਾਨੀ ਨਹੀਂ ਕਰਨ ਦੇਣੀ ਚਾਹੁੰਦੇ, ਕਿਉਂਕਿ ਉਹ ਸੋਚਦੇ ਆ ਕਿ ਉਹਨਾਂ ਦਾ ਵੋਟ ਬੈਂਕ ਜਿਹੜਾ ਉਹ ਖਤਮ ਹੋ ਜਾਊਗਾ ਤੇ ਜਿਹੜੀ ਸਰਕਾਰ ਆ ਉਹ ਖਰਚ ਘਟਾਉਣ ਦੇ ਵਾਸਤੇ ਆਪਣੇ ਹੱਥ ਪੈਰ ਜਿਹੜੇ ਆ ਉਹ ਮਾਰ ਰਹੀ ਹੈ, ਕਿਉਂਕਿ ਇਦਾਂ ਦੀਆਂ ਯੋਜਨਾਵਾਂ ਦੇ ਉੱਤੇ ਲੋਕ ਲਾ ਲੈਣੇ ਸੌਖੇ ਆ, ਮੁੜ ਕੇ ਉਹਨਾਂ ਨੂੰ ਹਟਾਇਆ ਕਿਵੇਂ ਜਾਵੇ, ਫਿਰ ਜਿਹੜਾ ਜੀ ਰੌਲਾ ਪੈ ਜਾਂਦਾ ਵੋਟ ਬੈਂਕ ਦਾ। ਇਸ ਕਰਕੇ ਹੁਣ ਸਰਕਾਰ ਜਿਹੜੀ ਹੈ ਜੀ ਇਹ ਕਿਹਾ ਜਾ ਰਿਹਾ ਉਹ ਕੁਝ ਸਖਤ ਫੈਸਲੇ ਲੈ ਸਕਦੀ ਹੈ। ਕਮ ਸੇ ਕਮ ਇਹਦੇ ਵਿੱਚ ਇੱਕ ਤਾਂ ਨਜ਼ਰਸਾਨੀ ਜਿਹੜੀ ਹੈ ਜੀ ਆਟਾ ਦਾਲ ਸਕੀਮ ਦੇ ਉੱਤੇ ਮੁੜ ਕੇ ਕਰਕੇ ਇਹਦੇ ਲਾਹਾ ਲੈਣ ਵਾਲੇ ਜਿਹੜੇ ਆ ਉਹ ਘਟਾਏ ਜਾ ਸਕਦੇ ਆ। ਇੱਕ ਦੂਸਰਾ ਜਿਹੜੀ ਇਹ ਸਬਸਿਡੀਆਂ ਨੇ ਬਿਜਲੀ ਵਾਲੀਆਂ ਖਾਸ ਤੌਰ ਦੇ ਉੱਤੇ, ਇਹਨਾਂ ਦੇ ਵਾਸਤੇ ਇੱਕ ਹੱਦ ਜਿਹੜੀ ਆ ਉਹ ਮਿੱਥੀ ਜਾ ਸਕਦੀ ਹੈ। ਹੱਦ ਇਸ ਤਰ੍ਹਾਂ ਕਿ ਕਿੰਨੇ ਕਿੱਲਿਆਂ ਤੱਕ ਜਿਹੜੇ ਨੇ ਕਿਸਾਨ ਉਹਨਾਂ ਨੂੰ ਇਹ ਬਿਜਲੀ ਦਾ ਲਾਭ ਦਿੱਤਾ ਜਾਵੇ, ਬਾਕੀ ਜਿਹੜੇ ਨੇ ਉਹਨਾਂ ਤੋਂ ਇਹ ਵਾਪਸ ਜਿਹੜਾ ਵੀ ਉਹ ਲਿਆ ਜਾਵੇ। ਵੇਖਣ ਵਾਲੀ ਗੱਲ ਜਿਹੜੀ ਹੈ ਜੀ ਇਹ ਰਹੂਗੀ ਕਿ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਗਏ ਜਿਹੜੇ ਇਹ ਹੁਕਮ ਨੇ ਇਹਨਾਂ ਦੇ ਉੱਤੇ ਕੀ ਇੰਪਲੀਮੈਂਟ ਜਿਹੜੀ ਹੈ ਜੀ ਉਹ ਪੰਜਾਬ ਸਰਕਾਰ ਕਰ ਸਕੂਗੀ, ਉਹ ਵੀ MLA ਜਿਹੜੇ ਨੇ ਜੀ ਉਹਨਾਂ ਦਾ ਵਿਰੋਧ ਹੋਣ ਦੇ ਬਾਵਜੂਦ। ਜੀ ਬਿਲਕੁਲ ਜੀ, ਲੋਕੀ ਜਿਹੜੇ ਆਟਾ ਦਾਲ ਸਕੀਮ ਤੇ ਲਾਏ ਉਹ ਕੰਮ ਵੀ ਨਹੀਂ ਕਰਦੇ ਹੈਗੇ ਬਹੁਤ ਸਾਰੇ, ਤਾਂ ਪਰ ਬਹੁਤਿਆਂ ਨੂੰ ਲੋੜ ਵੀ ਹੈਗੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਠੰਡ ਹੋ ਗਈ ਆ ਪੰਜਾਬ ਦੇ ਵਿੱਚ, ਪਰ ਪੰਜਾਬ ਸਰਕਾਰ ਨੂੰ ਗਰਮੀ ਆ ਰਹੀ ਆ ਜੀ ਇੰਨੀ ਠੰਡ ਦੇ ਵਿੱਚ ਵੀ ਕਿ ਖਜ਼ਾਨਾ ਖਾਲੀ ਹੈ। ਦੇਖੋ ਆਪਾਂ ਕਈ ਵਾਰੀ ਪ੍ਰੋਗਰਾਮ ਦੇ ਉੱਤੇ ਗੱਲ ਜਿਹੜੀ ਹੈ ਜੀ ਮੈਂ ਕੀਤੀ ਹੈ ਕਿ ਜਦੋਂ ਇਹ GST ਦੇ ਬਾਰੇ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਉਦੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਇੱਥੇ ਪੰਜਾਬ ਦੇ ਉੱਤੇ ਕਾਬਜ਼ ਸੀ। ਉਹ ਅਕਾਲੀ ਦਲ ਜਿਨ੍ਹਾਂ ਨੇ ਸੂਬਿਆਂ ਨੂੰ ਵੱਧ ਅਧਿਕਾਰਾਂ ਦੇ ਵਾਸਤੇ ਧਰਮ ਯੁੱਧ ਮੋਰਚਾ ਵੀ ਜਿਹੜਾ ਸੀ ਉਹ ਲਾਇਆ, ਅਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਸੀ, ਉਦੋਂ ਇਹਨਾਂ ਨੂੰ ਇਹ ਕਿਸੇ ਨੂੰ ਇਹ ਸਮਝ ਨਹੀਂ ਆਈ ਇਸ ਗੱਲ ਦੀ ਕਿ ਜਿਹੜਾ ਇਹ ਵਨ ਨੇਸ਼ਨ ਵਨ ਟੈਕਸ ਹੈ ਉਸ ਮਾਮਲੇ 'ਚ ਹੱਥ ਵੱਢ ਕੇ ਸੂਬੇ ਜਿਹੜੇ ਆ ਉਹ ਕੇਂਦਰ ਦੀ ਸਰਕਾਰ ਨੂੰ ਦੇ ਰਹੇ ਆ। ਹੁਣ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੂੰ GST ਦੇ ਮਾਮਲੇ ਦੇ ਉੱਤੇ ਉਹਨੇ ਪੰਜਾਬ ਨੂੰ ਕੁਝ ਰਕਮ ਜਿਹੜੀ ਦਿੱਤੀ ਆ 1980 ਕਰੋੜ ਰੁਪਏ ਦਿੱਤੇ ਗਏ ਆ। ਗੰਭੀਰ ਵਿੱਤੀ ਸੰਕਟ ਦੇ ਵਿੱਚ ਘਿਰੀ ਕੈਪਟਨ ਸਰਕਾਰ ਇਹਦੇ ਨਾਲ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਨਿੱਤ ਦੇ ਖਰਚੇ ਚਲਾਉਣ ਜੋਗੀ ਥੋੜੀ ਜਿਹੀ ਹੋ ਗਈ ਆ, ਪਰ GST ਦਾ ਹਿੱਸਾ ਜਿਹੜਾ ਜੀ ਉਹ ਸੂਬੇ ਦੀ ਜਿਹੜੀ ਇਹ ਮੁਸ਼ਕਲ ਹੈ, ਜਿਹੜੀ ਐਮਰਜੈਂਸੀ ਵਰਗੇ ਹਾਲਾਤ ਨੇ ਉਹਨੂੰ ਦੂਰ ਕਰਨ ਦੇ ਵਿੱਚ ਅਸਮਰੱਥ ਹੈ, ਕਿਉਂਕਿ ਅਦਾਇਗੀਆਂ ਦੀ ਪੰਡ ਬੜੀ ਜਿਹੜੀ ਜੀ ਉਹ ਵੱਡੀ ਆ। ਵੈਟ ਦੀ ਜਗ੍ਹਾ ਦੇ ਉੱਤੇ GST ਲਾਗੂ ਹੋਣ ਤੋਂ ਬਾਅਦ ਰਾਜ ਸਰਕਾਰ ਦੀ ਹਾਲਤ ਜਿਹੜੀ ਆ ਜੀ ਉਹ ਨਿੱਘਰ ਗਈ ਆ, ਤਨਖਾਹਾਂ ਦੇਣੀਆਂ ਔਖੀਆਂ ਹੋ ਗਈਆਂ ਨੇ। ਸਰਕਾਰ ਦੇ ਵੱਲੋਂ ਬੋਰਡਾਂ ਤੇ ਨਿਗਮਾਂ ਦੇ ਖਾਤੇ ਜਿਹੜੇ ਉਹ ਖਾਲੀ ਕਰਕੇ ਡੰਗ ਟਪਾਇਆ ਜਾ ਰਿਹਾ। ਜਿਹੜੇ ਇਹ ਹਾਲਾਤ ਵਿੱਤੀ ਜਿਹੜੇ ਉਹ ਮਾੜੇ ਹੋਣ ਕਰਕੇ ਵਿੱਤ ਵਿਭਾਗ ਦੇ ਨਾਲ ਬਾਕੀ ਵਿਭਾਗਾਂ ਦੀ ਜਿਹੜੀ ਆ ਜੀ ਉਹ ਖੜਕੀ ਹੋਈ ਆ। ਸਮਾਜ ਭਲਾਈ ਯੋਜਨਾਵਾਂ ਠੱਪ ਹੋਣ ਕਰਕੇ ਕੈਪਟਨ ਸਰਕਾਰ ਨੂੰ ਸਿਆਸੀ ਤੌਰ ਤੇ ਚੁਣੌਤੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ। ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ 960 ਕਰੋੜ ਰੁਪਏ ਮੁਆਵਜ਼ਾ ਦਿੱਤਾ। ਕੇਂਦਰ ਸਰਕਾਰ ਨੇ GST ਲਾਗੂ ਕਰਨ ਤੋਂ ਪਹਿਲਾਂ ਰਾਜ ਸਰਕਾਰ ਨੂੰ ਭਰੋਸਾ ਦਿੱਤਾ ਸੀਗਾ ਕਿ ਵੈਟ ਖਤਮ ਕਰਨ ਬਦਲੇ ਮੁਆਵਜ਼ਾ ਦਿੱਤਾ ਜਾਊਗਾ। 30 ਨਵੰਬਰ ਤੱਕ ਪੰਜਾਬ ਸਰਕਾਰ ਦੇ ਮੁਆਵਜ਼ੇ ਦੀ ਰਾਸ਼ੀ 960 ਕਰੋੜ ਰੁਪਏ ਬਣਦੀ ਸੀਗੀ। GST ਲਾਗੂ ਹੋਣ ਤੋਂ ਬਾਅਦ ਕੇਂਦਰ ਸਰਕਾਰ ਤੋਂ ਜਿਹੜੇ ਟੈਕਸਾਂ ਦੇ ਬਕਾਏ ਵਜੋਂ 522 ਕਰੋੜ ਰੁਪਏ ਮਿਲੇ ਆ। GST ਦੇ ਰੂਪ ਵਿੱਚ 488 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਮਿਲੇ ਆ। ਕੇਂਦਰ ਸਰਕਾਰ ਨੇ 30 ਨਵੰਬਰ ਤੱਕ ਦਾ ਲੇਖਾ ਜੋਖਾ ਕਰਕੇ 1980 ਕਰੋੜ ਰੁਪਏ ਜਿਹੜੇ ਆ ਉਹ ਅਦਾ ਜਿਹੜੇ ਆ ਉਹ ਕੀਤੇ ਆ। ਦੂਜਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਦੇਣਦਾਰੀਆਂ ਨੇ, ਜੇ ਉਹ ਗੱਲ ਕਰੀਏ ਤਾਂ ਇਹ ਜਿਹੜਾ ਚੱਲ ਰਿਹਾ ਮਹੀਨਾ ਬੇਸ਼ੱਕ ਠੰਡਾ, ਪਰ ਸਰਕਾਰ ਨੂੰ ਤਰੇੜੀਆਂ ਜਿਹੜੀਆਂ ਜੀ ਉਹ ਆਈ ਜਾਂਦੀਆਂ ਨੇ। ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਹਰ ਮਹੀਨੇ 2000 ਕਰੋੜ ਰੁਪਏ ਚਾਹੀਦੇ ਆ, 8000 ਕਰੋੜ ਰੁਪਏ ਪੈਨਸ਼ਨਾਂ ਤੇ ਇਸ ਮਹੀਨੇ 2300 ਕਰੋੜ ਰੁਪਏ ਕਰਜ਼ੇ ਦੀਆਂ ਕਿਸ਼ਤਾਂ ਤੇ ਵਿਆਜ ਦੇ ਰੂਪ ਦੇ ਵਿੱਚ ਦੇਣੇ ਆ। ਸਰਕਾਰ ਨੇ ਦਸੰਬਰ ਮਹੀਨੇ 5000 ਕਰੋੜ ਰੁਪਏ ਦੀਆਂ ਦੇਣਦਾਰੀਆਂ ਦਾ ਪ੍ਰਬੰਧ ਕਰਨਾ ਹੈ। ਬਿਜਲੀ ਸਬਸਿਡੀ ਤੇ ਜਿਹੜੇ ਬਾਕੀ ਖਰਚੇ ਆ ਉਹ ਇਹਨਾਂ ਸਾਰਿਆਂ ਤੋਂ ਵੱਖਰੇ ਆ। ਤੇ ਜੇ 1980 ਕਰੋੜ ਰੁਪਇਆ ਜਿਹੜਾ ਵੀ ਆਇਆ ਤਾਂ ਤੁਸੀਂ ਇਹ ਕਹਿ ਲਓ ਇਹ ਨਾ ਮਾਤਰ ਜਿਹਾ, ਇਹਦੇ ਨਾਲ ਕੁਛ ਦਿਨ ਤਾਂ ਜਿਹੜੇ ਆ ਜੀ ਉਹ ਚੱਲ ਸਕਦੇ ਆ, ਪਰ ਦਸੰਬਰ ਦੇ ਵਿੱਚ ਕਿਉਂਕਿ ਅੰਤਲਾ ਮਹੀਨਾ ਸਾਲ ਦਾ ਹੋਣ ਕਰਕੇ ਜਿਹੜੀਆਂ ਬਾਕੀ ਦੇਣਦਾਰੀਆਂ ਨੇ ਉਹ ਬਹੁਤ ਵੱਡੀ ਮੁਸ਼ਕਲ ਜਿਹੜੀ ਆ ਜੀ ਉਹ ਸਰਕਾਰ ਦੇ ਵਾਸਤੇ ਖੜੀਆਂ ਕਰਨ ਜਾ ਰਹੀਆਂ ਨੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪ੍ਰਦੂਸ਼ਣ ਦੀ। ਦਿੱਲੀ ਦੇ ਵਿੱਚ ਪ੍ਰਦੂਸ਼ਣ ਬਹੁਤ ਵੱਧ ਗਿਆ ਤੇ ਵਿਜ਼ਿਬਿਲਿਟੀ ਘਟ ਗਈ। ਜੀ ਇੱਥੇ ਕ੍ਰਿਕਟ ਦਾ ਟੈਸਟ ਮੈਚ ਹੋ ਰਿਹਾ ਦਿੱਲੀ ਦੇ ਵਿੱਚ ਫਿਰੋਜ਼ ਸ਼ਾਹ ਕੋਟਲਾ ਮੈਦਾਨ ਦੇ ਵਿੱਚ। 2 ਦਿਨ ਪਹਿਲਾਂ ਜਦੋਂ ਇਹ ਟੈਸਟ ਮੈਚ ਸ਼ੁਰੂ ਹੋਇਆ ਸੀਗਾ ਤਾਂ ਸ੍ਰੀਲੰਕਾ ਦੇ ਪਲੇਅਰ ਜਿਹੜੇ ਕਿ ਉਸ ਟਾਈਮ ਫੀਲਡਿੰਗ ਕਰ ਰਹੇ ਸੀਗੇ, ਬੈਟਿੰਗ ਦੇ ਉੱਤੇ ਭਾਰਤੀ ਬੱਲੇਬਾਜ਼ ਸੀਗੇ, ਤਾਂ ਜਿਹੜੇ ਸ੍ਰੀਲੰਕਨ ਪਲੇਅਰ ਸੀਗੇ ਉਹ ਮੂੰਹ ਦੇ ਉੱਤੇ ਜਿਹੜੇ ਜੀ ਮਾਸਕ ਪਾ ਕੇ ਫੀਲਡਿੰਗ ਕਰ ਰਹੇ ਸੀ।
ਇਹ ਗੱਲ ਜਿਹੜੀ ਨਾ ਇੱਥੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਸਾਹਮਣੇ ਆਈ ਉੱਭਰੀ ਤਾਂ ਬਹੁਤਿਆਂ ਨੇ ਜਿਹੜੀਆਂ ਦੀ ਟਿੱਪਣੀਆਂ ਇਹ ਕੀਤੀਆਂ ਕਿ ਸ੍ਰੀਲੰਕਾ ਦੀ ਟੀਮ ਤੋਂ ਖੇਡਿਆ ਨਹੀਂ ਸੀ ਜਾ ਰਿਹਾ। ਉਹ ਭਾਰਤੀ ਟੀਮ ਦੇ ਮੂਹਰੇ ਕਮਜ਼ੋਰ ਹੈ। ਭਾਰਤੀ ਬੈਟਸਮੈਨ ਜਿਹੜੇ ਆ ਜੀ ਉਹ ਰਨ ਜ਼ਿਆਦਾ ਬਣਾ ਰਹੇ ਸੀ, ਉਹ ਬਹਾਨੇਬਾਜ਼ੀ ਕਰਕੇ ਜਿਹੜੀ ਜੀ ਮਾਰਕਸ ਪਾ ਰਹੇ ਸੀ, ਪਰ ਰੀਅਲ ਪਿਕਚਰ ਜਿਹੜੀ ਹੈ ਜੀ ਉਹ ਘੱਟ ਦੱਸੀ ਗਈ। ਸਿਰਫ ਉਹਨਾਂ ਦੇ ਉੱਤੇ ਹੀ ਟਾਰਗੇਟ ਜਿਹੜਾ ਖਿਡਾਰੀਆਂ ਤੇ ਕਰ ਲਿਆ ਗਿਆ। ਹੁਣ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਜੀ ਉਹਨੇ ਹਵਾ ਦੀ ਜਿਹੜੀ ਸ਼ੁੱਧਤਾ ਇਹਦੇ ਵਾਸਤੇ ਸਖਤ ਕਦਮ ਨਾ ਚੁੱਕਣ ਦੇ ਵਾਸਤੇ ਜਿਹੜਾ ਜੀ ਉਹ ਦਿੱਲੀ ਦੀ ਸਰਕਾਰ ਦੇ ਉੱਤੇ ਚੰਗੀ ਝਾੜ ਜਿਹੜੀ ਹੈ ਜੀ ਉਹ ਪਾਈ ਹੈ। ਮੌਸਮ ਵਿਭਾਗ ਕਹਿੰਦਾ ਹੈ ਕਿ ਅੱਜ ਸਵੇਰੇ 8:30 ਵਜੇ ਸਫਦਰ ਜੰਗ ਜਿਹੜਾ ਇਲਾਕਾ ਉਹਦੇ ਵਿੱਚ 700 ਮੀਟਰ ਤੇ ਪਾਲਮ ਸਟੇਸ਼ਨ ਦੇ ਉੱਤੇ 900 ਮੀਟਰ ਤੱਕ ਦੀ ਵਿਜ਼ਿਬਿਲਿਟੀ ਸਾਰੀ ਜਿਹੜੀ ਉਹ ਹੈਗੀ ਸੀਗੀ। ਧੁਆਂਖੀ ਧੁੰਦ ਦੇ ਕਰਕੇ ਦੂਰ ਦੂਰ ਤੱਕ ਜਿਹੜੀ ਹੈ ਜੀ ਉਹ ਸਮੱਸਿਆ ਆ ਰਹੀ ਹੈ। ਤਾਪਮਾਨ 8 ਡਿਗਰੀ ਤੱਕ ਜਿਹੜਾ ਜੀ ਉਹ ਡਿੱਗ ਪਿਆ। ਦਿਨ ਦੇ ਸਮੇਂ ਜਿਹੜਾ ਤਾਪਮਾਨ ਹੈ ਉਹ 23 ਡਿਗਰੀ ਤੱਕ ਜਿਹੜਾ ਉਹ ਚਲੇ ਜਾਂਦਾ। ਸੋ ਤਾਪਮਾਨ ਦਾ ਵੱਡਾ ਫਰਕ ਜਿਹੜਾ ਜੀ ਉਹ ਹੋਣ ਕਰਕੇ ਵੀ ਜਿਹੜਾ ਜੀ ਵੱਡਾ ਫਰਕ ਪੈ ਰਿਹਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਉਹਨੇ ਦਿੱਲੀ ਦੀ ਸਰਕਾਰ ਨੂੰ ਪੁੱਛਿਆ ਜੀ ਕਿ ਦਿੱਲੀ ਦੇ ਵਿੱਚ ਜਿਹੜੇ ਏਅਰ ਪੋਲਿਊਸ਼ਨ ਹੈ ਇਹਨੂੰ ਨਜਿੱਠਣ ਦੇ ਵਾਸਤੇ ਉਹਨੇ ਕੋਈ ਠੋਸ ਯੋਜਨਾ ਅਜੇ ਤੱਕ ਪੇਸ਼ ਕਿਉਂ ਨਹੀਂ ਕੀਤੀ। ਟ੍ਰਿਬਿਊਨਲ ਨੇ ਸਰਕਾਰ ਨੂੰ ਕਿਹਾ ਕਿ ਅਗਲੇ 48 ਘੰਟਿਆਂ ਦੇ ਵਿੱਚ ਇਹਦੇ ਸੰਬੰਧੀ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਜਾਵੇ। ਬੈਂਚ ਨੇ ਦਿੱਲੀ ਦੀ ਸਰਕਾਰ ਨੂੰ ਇਹ ਵੀ ਕਿਹਾ ਕਿ ਤੁਸੀਂ ਆਪਣੀਆਂ ਮੀਟਿੰਗਾਂ ਕਰਦੇ ਰਹੇ ਪਰ ਸਾਨੂੰ ਇਸ ਤਰ੍ਹਾਂ ਦੇ ਕਿਸੇ ਯਤਨ ਦੇ ਬਾਰੇ ਦੱਸੋ ਜਿਹੜੇ ਪਿਛਲੇ 4 ਦਿਨਾਂ ਦੇ ਵਿੱਚ ਪੋਲਿਊਸ਼ਨ ਘਟਾਉਣ ਦੇ ਵਾਸਤੇ ਜਿਹੜਾ ਜੀ ਉਹ ਚੁੱਕਿਆ ਗਿਆ ਹੋਵੇ। ਹੁਣ ਲੈ ਦੇ ਕਿ ਟੇਕ ਜਿਹੜੀ ਪੰਜਾਬ ਤੇ ਹਰਿਆਣਾ ਜਿਹੜਾ ਹੈਗਾ ਜੀ ਉਹਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਪੈਣ ਵਾਲੇ ਮੀਂਹ ਦੇ ਉੱਤੇ ਟਿਕੀ ਆ ਕਿ 11 ਤੇ 12 ਤਰੀਕ ਨੂੰ ਇਹ ਕਿਹਾ ਜਾ ਰਿਹਾ ਜੀ ਕਿ ਮੀਂਹ ਪੈ ਸਕਦਾ ਪੰਜਾਬ ਤੇ ਹਰਿਆਣਾ ਦੇ ਵਿੱਚ, ਜਿਹਦੇ ਨਾਲ ਸਮੌਗ ਜਿਹੜਾ ਉਹ ਖਤਮ ਹੋਊਗਾ ਟੈਂਪਰੇਰੀ ਤੌਰ ਦੇ ਉੱਤੇ, ਔਰ ਇਹਦਾ ਅਸਰ ਜਿਹੜਾ ਫਿਰ ਦਿੱਲੀ ਦੇ ਵਿੱਚ ਵੀ ਵੇਖਣ ਨੂੰ ਮਿਲੂਗਾ। ਬੇਸ਼ੱਕ ਟੈਲੀਵਿਜ਼ਨ ਦੇ ਉੱਤੇ ਇਸ਼ਤਿਹਾਰਬਾਜ਼ੀ ਜਿਹੜੀ ਹੈ ਜੀ ਉਹ ਚੱਲਦੀ ਹੋਵੇ ਕਿ ਜਿਹੜਾ ਏਅਰ ਪਿਊਰੀਫਾਈ ਦੇ ਵਾਸਤੇ ਤੁਸੀਂ ਆਹ ਮਸ਼ੀਨ ਲੈ ਲਓ, ਆਹ ਚੀਜ਼ ਜਿਹੜੀ ਹੈ ਜੀ ਉਹ ਲੈ ਲਓ, ਪਰ ਲੈ ਦੇ ਕੇ ਟੇਕ ਜਿਹੜੀ ਹੈ ਜੀ ਉਹ ਕੁਦਰਤ ਦੇ ਉੱਤੇ ਹੀ ਲੱਗੀ ਹੋਈ ਆ, ਨੇਚਰ ਦੇ ਉੱਤੇ ਹੀ ਆ ਕਿ ਮੀਂਹ ਪਵੇ ਤੇ ਕੁਝ ਜਾਨ ਜਿਹੜੀ ਹੈ ਜੀ ਉਹ ਸੌਖੀ ਹੋਵੇ। ਪਰ ਕੁਦਰਤ ਦੇ ਨਾਲ ਜੋ ਪੰਗਾ ਮਨੁੱਖ ਨੇ ਤੇ ਸਰਕਾਰਾਂ ਨੇ ਜਿਹੜਾ ਜੀ ਉਹ ਲਿਆ, ਉਹ ਹੁਣ ਫਿਰ ਕਿਤੇ ਨਾ ਕਿਤੇ ਕੁਦਰਤ ਜਿਹੜੀ ਉਹ ਆਪਣਾ ਰੰਗ ਵੀ ਦਿਖਾ ਰਹੀ ਹੈ। ਬਿਲਕੁਲ ਜੀ, ਬਹੁਤੇ ਨੂੰ ਹੱਥ ਪਾਉਂਦੇ ਪਾਉਂਦੇ ਆਪਣਾ ਪੋਲਿਊਸ਼ਨ ਹੀ ਗੰਦਾ ਕਰ ਬੈਠੇ। ਅੱਗੇ ਆਪਾਂ ਨਗਰ ਨਿਗਮ ਦੀਆਂ ਚੋਣਾਂ ਦੀ ਕੱਲ੍ਹ ਵੀ ਗੱਲ ਕੀਤੀ ਸੀਗੀ, ਉਸ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਚੱਲ ਰਹੀਆਂ ਜੀ? ਇਸ ਵੇਲੇ ਤਿੰਨੇ ਪਾਰਟੀਆਂ ਜਿਹੜੀਆਂ ਨੇ ਜੀ ਉਹ ਦੂਹੋ ਲੱਗੀਆਂ ਹੋਈਆਂ ਨੇ ਆਪੋ ਆਪਣੇ ਉਮੀਦਵਾਰ ਜਿਹੜੇ ਆ ਉਹ ਐਲਾਨਣ ਦੇ ਵਿੱਚ। ਆਮ ਆਦਮੀ ਪਾਰਟੀ ਨੇ ਜਿਹੜਾ ਜੀ ਪਟਿਆਲੇ ਦੇ ਵਿੱਚ 29 ਤੇ ਅਕਾਲੀ ਦਲ ਨੇ 39 ਉਮੀਦਵਾਰ ਜਿਹੜੇ ਆ ਉਹ ਆਪਣੇ ਐਲਾਨ ਦਿੱਤੇ ਆ, ਔਰ ਇਹਦੇ ਨਾਲ ਨਾਲ ਜਿਹੜਾ ਕਾਂਗਰਸ ਦੇ ਵੱਲੋਂ ਵੀ ਜਿਹੜੇ ਆ ਜੀ ਉਹ ਆਪਣੇ ਉਮੀਦਵਾਰ ਐਲਾਨੇ ਗਏ ਆ। ਰਹਿੰਦੇ ਉਮੀਦਵਾਰ ਜਿਹੜੇ ਅੱਜ ਐਲਾਨੇ ਜਾ ਸਕਦੇ ਆ। ਭਾਰਤੀ ਜਨਤਾ ਪਾਰਟੀ ਨੇ ਜਲੰਧਰ ਨਗਰ ਨਿਗਮ ਦੇ ਵਾਸਤੇ 35 ਉਮੀਦਵਾਰ ਜਿਹੜੇ ਆ ਜੀ ਉਹ ਐਲਾਨੇ ਆ। ਜਿਹੜੀ ਅਗਲੀ ਸੂਚੀ ਆ ਉਹ ਅੱਜ ਆ ਸਕਦੀ ਆ। ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿਉਂਕਿ ਇੱਕ ਗੱਲ ਤਾਂ ਤਕਰੀਬਨ ਪਤਾ ਹੀ ਆ, ਪਿਛਲੇ ਦਿਨੀ ਚਾਹੇ ਉਹ ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ ਨਿਗਮ ਦੀਆਂ ਚੋਣਾਂ ਦੇਖ ਲਓ, ਜਿੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਿ ਉਹਨੇ ਹੁੰਜਾ ਫੇਰ ਜਿੱਤ ਜਿਹੜੀ ਹੈ ਜੀ ਉਹ ਪ੍ਰਾਪਤ ਕੀਤੀ ਵੀ ਆ, ਕਿ ਇਹ ਐਕਚੁਅਲੀ ਜਿਹਦੀ ਸਰਕਾਰ ਹੁੰਦੀ ਹੈ ਨਾ ਜੀ ਇਹ ਉਹਦੀਆਂ ਹੀ ਨਿਗਮਾਂ ਹੁੰਦੀਆਂ ਨੇ, ਉਹਦੀਆਂ ਮਿਊਨਿਸਪੈਲਿਟੀਜ਼ ਹੁੰਦੀਆਂ ਨੇ, ਉਹਦੀਆਂ ਹੀ ਪੰਚਾਇਤਾਂ ਹੁੰਦੀਆਂ ਨੇ। ਮੇਰਾ ਇਹ ਮੰਨਣਾ ਜੀ ਕਿ ਵੈਸੇ ਤਾਂ ਹੋਣਾ ਤਾਂ ਨਹੀਂ ਗਾ ਪੋਸੀਬਲ, ਕਿਉਂਕਿ ਇੱਕ ਪ੍ਰੋਸੈਸ ਹੈ ਉਹਦੇ ਥਰੂ ਲੰਘਣਾ ਪੈਂਦਾ, ਪਰ ਇਹ ਪੈਸਿਆਂ ਦੀ ਬਰਬਾਦੀ ਹੈ। ਜਿਹਦੀ ਸੂਬੇ 'ਚ ਸਰਕਾਰ ਬਣਦੀ ਆ ਕਰਤਾ ਇਹ ਦੇਣਾ ਚਾਹੀਦਾ ਜੀ ਕਿ ਉਹ ਆਪੋ ਆਪਣੇ ਜਿਹੜਾ ਜੀ ਉਹ ਲਾ ਲਵੇ ਨਿਗਮਾਂ ਦੇ ਉੱਤੇ ਵੀ, ਮਿਊਨਿਸਪੈਲਿਟੀ ਤੇ ਵੀ ਤੇ ਪੰਚਾਇਤਾਂ ਦੇ ਉੱਤੇ ਵੀ। ਉਂਝ ਵੈਸੇ ਇਹਨਾਂ ਹੈ ਕਿ ਜਿਹੜੀਆਂ 3 ਨਿਗਮਾਂ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਾਂ ਮਿਊਨਿਸਪੈਲਿਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ, ਉਹਦੇ ਨਾਲ ਕੋਈ ਚੋਣਾਂ ਵਾਲੀ ਗੱਲਬਾਤ ਨਾ ਉਹ ਦੀਂਦੀ ਨੀ ਗੀ, ਭਾਵ ਕਿ ਜਿਹੋ ਜਿਹੀਆਂ ਰੌਣਕਾਂ ਵਗੈਰਾ ਹੁੰਦੀਆਂ ਨੇ। ਉਹਦਾ ਸ਼ਾਇਦ ਪ੍ਰਮੁੱਖ ਰੀਜ਼ਨ ਇਹ ਆ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਉੱਭਰ ਆਇਆ, ਲੋਕ ਬੇਆਸ ਦੇ ਬਹੁਤੇ ਜਿਹੜੇ ਆ ਜੀ ਉਹ ਹੋ ਗਏ ਆ। ਪਰ ਇੰਨਾ ਹੈ ਕਿ ਕਾਂਗਰਸ 10 ਸਾਲ ਤੋਂ ਨਿਗਮਾਂ ਤੋਂ ਬਹੁਤੀ ਪਾਸੇ ਆ, ਕਿਉਂਕਿ ਅਕਾਲੀ ਦਲ ਦਾ ਕਬਜ਼ਾ ਜਿਹੜਾ ਜੀ ਉਹ ਰਿਹਾ। ਕਾਂਗਰਸੀਆਂ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹਨੂੰ ਲੈ ਕੇ ਕੁਝ ਜ਼ੋਰ ਅਜ਼ਮਾਈ ਜਿਹੜੀ ਹੈ ਜੀ ਉਹ ਜ਼ਿਆਦਾ ਆ ਜਿਹੜਾ ਜੀ ਉਹ ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੱਗੀ ਜੌਲ ਦੀ। ਪੁਲਿਸ ਨੇ ਅਦਾਲਤ ਦੇ ਵਿੱਚ ਦਾਅਵਾ ਪੇਸ਼ ਕੀਤਾ ਕਿ ਜੱਗੀ ਜੌਲ ਨੇ ਮੰਨਿਆ ਕਿ ਕਤਲਾਂ 'ਚ ਹੱਥ। ਕਿਉਂਕਿ ਇਹਨੂੰ ਜੱਗੀ ਜੌਲ ਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਜਿਹੜਾ ਕੀਤਾ ਗਿਆ ਤੇ ਮੁੜ ਕੇ ਹਫ਼ਤੇ ਦਾ ਰਿਮਾਂਡ ਮੰਗਿਆ ਪੁਲਿਸ ਨੇ, ਪਰ ਜਿਹੜਾ ਅਦਾਲਤ ਨੇ ਜੀ ਇਹਦਾ 1 ਦਿਨ ਦਾ ਰਿਮਾਂਡ ਦਿੱਤਾ।
ਜਿਹੜਾ ਡਿਸਟ੍ਰਿਕਟ ਅਟਾਰਨੀ ਹੈ ਲੁਧਿਆਣੇ ਦੇ ਵਿੱਚ ਰਵਿੰਦਰ ਕੁਮਾਰ, ਉਹਨੇ ਇਹ ਗੱਲ ਕਹੀ ਆ ਕਿ ਪੁਲਿਸ ਨੇ ਇਹ ਦੱਸਿਆ ਉਹਨੂੰ ਕਿ ਜੱਗੀ ਦੌੜ ਨੇ ਪੁਲਿਸ ਦੇ ਸਾਹਮਣੇ ਇਹ ਗੱਲ ਮੰਨੀ ਆ ਕਿ ਪੰਜਾਬ ਦੇ ਸਿਆਸੀ ਕਤਲਾਂ ਦੇ ਵਿੱਚ ਉਹਦਾ ਹੱਥ ਸੀ। ਇਹ ਜਿਹੜਾ ਪਾਦਰੀ ਸੁਲਤਾਨ ਮਸੀਹ ਕਤਲकांड ਹੈ ਇਹਦੇ ਸੰਬੰਧੀ ਜਿਹੜਾ ਜੀ ਇਹਦਾ ਰਿਮਾਂਡ ਹੋਰ ਮੰਗਿਆ ਗਿਆ ਸੀਗਾ, ਜਿਹੜੀ ਪੁੱਛਗਿੱਛ ਪੁਲਿਸ ਦੇ ਵੱਲੋਂ ਉਹਦੇ ਤੋਂ ਕੀਤੀ ਜਾ ਰਹੀ ਹੈ। ਜਿਹੜਾ ਇਹ ਡਿਸਟ੍ਰਿਕਟ ਅਟਾਰਨੀ ਆ ਉਹ ਕਹਿੰਦਾ ਕਿ ਜੱਗੀ ਦੌੜ ਨੇ ਜਿੰਮੀ ਨੂੰ 28,000 ਰੁਪਇਆ ਭੇਜਿਆ ਸੀਗਾ ਤਾਂ ਕਿ ਉਹ ਸੂਬੇ ਦੇ ਵਿੱਚ ਇਹਨਾਂ ਕਤਲਾਂ ਦੀ ਯੋਜਨਾ ਘੜ ਸਕੇ, ਤੇ ਇਸ ਮਕਸਦ ਦੇ ਵਾਸਤੇ ਉਹਨੇ ਹੋਰ ਵੀ ਪੈਸੇ ਜਿਹੜੇ ਉਹ ਭੇਜੇ ਸੀਗੇ। ਭਾਵ ਕਿ 28,000 ਰੁਪਏ ਦੀ ਗੱਲ ਉਹ ਕਰਦੇ ਆ, ਹੋਰ ਪੈਸੇ ਭੇਜੇ ਸੀਗੇ। ਇਹ ਜਿਹੜੀ ਗੱਲ ਹੈ ਡਿਸਟ੍ਰਿਕਟ ਅਟਾਰਨੀ ਨੇ ਪੁਲਿਸ ਦੇ ਸੂਤਰਾਂ ਦੇ ਨਾਲ ਜਿਹੜੀ ਆ ਉਹ ਦੱਸੀ ਹੈ। ਹੁਣ ਸਵਾਲ ਜਿਹੜਾ ਇਹ ਆ ਕਿ ਸਿਆਸੀ ਕਤਲ ਹੋਣ, ਇਸ ਲੈਵਲ ਦੇ ਕਤਲ ਹੋਣ, ਤੇ ਕੀ 28,000 ਰੁਪਈਆ ਜਿਹੜਾ ਜੀ ਉਹ ਭੇਜ ਕੇ ਤੇ ਉਹਦੇ ਨਾਲ ਯੋਜਨਾ ਜਿਹੜੀ ਆ ਉਹ ਕੋਈ ਘੜੀ ਜਾ ਸਕਦੀ ਹੈ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸਵਾਲੀਆ ਚਿੰਨ੍ਹ ਆ। ਹੋਰ ਜਿਹੜੇ ਪੈਸੇ ਭੇਜੇ ਸੀ, ਇਟ ਮੀਨਸ ਕਿ ਪੁਲਿਸ ਦੇ ਕੋਲੇ ਹੋਰ ਪੈਸੇ ਭੇਜਣ ਦਾ ਕੋਈ ਬਹੁਤਾ ਸਬੂਤ ਜਿਹੜਾ ਜੀ ਉਹ ਹੈ ਨਹੀਂ ਗਾ। ਹੁਣ 28,000 ਰੁਪਈਏ ਦੇ ਨਾਲ ਤਾਂ ਏਡਾ ਵੱਡਾ ਕੋਈ ਜਿਹੜਾ ਜੀ ਉਹ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ। ਬੇਸ਼ੱਕ ਪੰਜਾਬ ਪੁਲਿਸ ਦੇ ਨਾਲ ਰਿਲੇਟਡ ਨਹੀਂ, ਪਰ ਹਰਿਆਣੇ ਦੀ ਪੁਲਿਸ ਨੇ ਜਦੋਂ ਪ੍ਰਦੁਮਨ ਕਾਂਡ ਹੋਇਆ ਸੀਗਾ, ਇੱਕ ਬੱਚੇ ਦਾ ਕਤਲ ਹੋ ਗਿਆ ਸੀਗਾ ਗੁੜਗਾਉਂ ਦੇ ਸਕੂਲ ਦੇ ਵਿੱਚ, ਤਾਂ 24 ਘੰਟਿਆਂ 'ਚ ਉਹਨਾਂ ਨੇ ਇੱਕ ਕੰਡਕਟਰ ਨੂੰ ਗ੍ਰਿਫਤਾਰ ਕਰ ਲਿਆ ਸੀ ਬੱਸ ਤੇ, ਔਰ ਉਹ ਕੰਡਕਟਰ ਮੀਡੀਆ ਦੇ ਸਾਹਮਣੇ ਕੈਮਰਿਆਂ ਦੇ ਮੂਹਰੇ ਇਹ ਗੱਲ ਕਹਿੰਦਾ ਸੀਗਾ, ਇਹ ਕਤਲ ਮੈਂ ਕੀਤਾ। ਕਤਲ ਕਿਉਂ ਕੀਤਾ ਇਹਦਾ ਜਵਾਬ ਉਹਦੇ ਕੋਲੇ ਨਹੀਂ ਸੀਗਾ, ਕਹਿੰਦਾ ਇਹ ਨਹੀਂ ਮੈਂ ਦੱਸਣਾ, ਪਰ ਕੀਤਾ ਮੈਂ। ਬਾਅਦ 'ਚ ਇਹ ਜਾਂਚ CBI ਕੋਲੇ ਚਲੇਗੀ। CBI ਨੇ ਉਸੇ ਸਕੂਲ ਦਾ ਇੱਕ ਵਿਦਿਆਰਥੀ ਜਿਹੜਾ ਸੀ ਗ੍ਰਿਫਤਾਰ ਕਰ ਲਿਆ। ਇਹ ਕਿਹਾ ਕਿ ਅਸਲ 'ਚ ਇਸ ਵਿਦਿਆਰਥੀ ਨੇ ਕਤਲ ਕੀਤਾ ਸੀ, ਕੰਡਕਟਰ ਨੇ ਨਹੀਂ। ਕੰਡਕਟਰ ਹੁਣ ਜ਼ਮਾਨਤ ਤੇ ਛੁੱਟ ਗਿਆ, ਉਹ ਵਿਚਾਰਾ ਬੈੱਡ ਦੇ ਉੱਤੇ ਪਿਆ 3rd ਡਿਗਰੀ ਟਾਰਚਰ ਦੀ ਵਜ੍ਹਾ ਕਰਕੇ। ਪਰ ਪੁਲਿਸ ਤਾਂ ਕੋਈ ਜਵਾਬ ਨਹੀਂ ਦੇ ਰਹੀ ਕਿ ਜਿਹੜਾ ਉਹ ਕੰਡਕਟਰ ਨੇ ਕੈਮਰਿਆਂ ਦੇ ਸਾਹਮਣੇ ਮੰਨਿਆ ਸੀ ਵੀ ਕਤਲ ਮੈਂ ਕੀਤਾ। CBI ਕਹਿੰਦੀ ਕਤਲ ਜਿਹੜਾ ਜੀ ਉਹ ਇੱਕ ਸਟੂਡੈਂਟ ਨੇ ਕੀਤਾ। ਤਾਂ ਉਹ ਕਿਹੜੇ ਤਰੀਕੇ ਦੇ ਨਾਲ ਪੁਲਿਸ ਜਿਹੜਾ ਜੀ ਉਹ ਮਨਾਉਂਦੀ ਹੈ, ਇਹ ਉਹਦੀ ਇੱਕ ਮਿਸਾਲ ਤਾਂ ਕਰਕੇ ਮੈਂ ਉਹਦੇ ਨਾਲ ਜਿਹੜਾ ਜੀ ਉਹ ਜੋੜ ਕੇ ਦੱਸੀ ਹੈ। ਔਰ ਇਹ ਜੱਗੀ ਦੌੜ ਨੇ ਨਹੀਂ ਕਿਸੇ ਜਗ੍ਹਾ ਦੇ ਉੱਤੇ ਕਿਸੇ ਕੈਮਰੇ ਦੇ ਸਾਹਮਣੇ ਜਾਂ ਕਿਤੇ ਹੋਰ ਮੰਨਿਆ, ਪੁਲਿਸ ਨੇ ਇਹ ਦਾਅਵਾ ਕੀਤਾ ਕਿ ਉਹਨੇ ਇਹ ਸ਼ਮੂਲੀਅਤ ਜਿਹੜੀ ਹੈ ਜੀ ਉਹ ਮੰਨੀ ਹੈ। ਰਿਐਲਿਟੀ ਕੀ ਹੈ? ਅਸਲ ਰਿਐਲਿਟੀ ਤਾਂ ਜਿਹੜੀ ਹੈ ਜੀ ਉਹ ਚਲਾਨ ਦੇ ਵਿੱਚ ਹੀ ਪਤਾ ਲੱਗੂਗੀ, ਜਦੋਂ ਇਹਦਾ ਜਿਹੜਾ ਜੀ ਰਿਮਾਂਡ ਮੁੱਕ ਜਾਂਦਾ, ਕਿਉਂਕਿ ਅੱਜ ਫੇਰ ਪੇਸ਼ ਕੀਤਾ ਜਾਊਗਾ। ਇੱਕ ਦਿਨ ਦਾ ਹੀ ਰਿਮਾਂਡ ਜਿਹੜਾ ਜੀ ਉਹ ਦਿੱਤਾ। ਹੁਣ ਪੁਲਿਸ ਜੇ ਅਗਲੀ ਕੋਈ ਹੋਰ ਕਹਾਣੀ ਘੜ ਕੇ ਜੱਗੀ ਦੌੜ ਨੂੰ ਜਿਹੜਾ ਜੀ ਉਹ ਰਿਮਾਂਡ ਦੇ ਉੱਤੇ ਲੈਂਦੀ ਹੈ ਤਾਂ ਡਿਫਰੈਂਟ ਹੈ, ਨਹੀਂ ਤਾਂ ਅਦਰਵਾਈਜ਼ ਇਹਨੂੰ ਜਿਹੜਾ ਜੀ ਉਹ ਜੁਡੀਸ਼ੀਅਲ ਕਸਟਡੀ ਦੇ ਉੱਤੇ ਭੇਜਿਆ ਜਾਊਗਾ। ਔਰ ਉਸ ਤੋਂ ਬਾਅਦ ਇੰਤਜ਼ਾਰ ਜਿਹੜੀ ਹੈ ਜੀ ਉਹ ਚਲਾਨ ਦੀ ਰਹੂਗੀ ਕਿ ਚਲਾਨ ਦੇ ਵਿੱਚ ਕੀ ਕੁਝ ਪੁਲਿਸ ਜਿਹੜੀ ਉਹ ਲਿਆਉਂਦੀ ਹੈ। ਬਿਲਕੁਲ ਜੀ, ਜੋ 1984 ਦੇ ਵਿੱਚ ਪੁਲਿਸ ਨੇ ਕੀਤਾ ਉਹੀ ਕੋਸ਼ਿਸ਼ ਕਰ ਰਹੀ ਹੈ। ਅੱਗੇ ਆਪਾਂ ਅੰਨੇ ਹਜ਼ਾਰੇ ਦੀ ਗੱਲ ਕਰੀਏ, ਉਸ ਵੱਲੋਂ ਮੋਦੀ ਸਰਕਾਰ ਤੇ ਹਮਲੇ। ਅੰਨਾ ਹਜ਼ਾਰੇ ਹੋਰੀ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਦੇ ਉੱਤੇ ਹਮਲੇ ਆਪਣੇ ਜਿਹੜੇ ਆ ਜੀ ਉਹ ਜਾਰੀ ਰੱਖੇ ਹੋਏ ਆ। ਉਹਨਾਂ ਨੇ ਹੁਣ ਫੇਰ ਜਿਹੜੀ ਆ ਜੀ ਇਹ ਗੱਲ ਕਹੀ ਹੈ ਕਿ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਬਿੱਲ ਨੂੰ ਕਮਜ਼ੋਰ ਕੀਤਾ। ਖਜੂਰਾਹੋ ਦੇ ਵਿੱਚ ਜਿਹੜੇ ਜੀ ਉਹ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਬੇਸ਼ੱਕ ਘੱਟ ਬੋਲਦੇ ਸੀਗੇ, ਪਰ ਉਹਨਾਂ ਵੀ ਲੋਕਪਾਲ ਕਾਨੂੰਨ ਨੂੰ ਕਮਜ਼ੋਰ ਕੀਤਾ ਸੀ। ਔਰ ਉਸ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਨੇ 27 ਜੁਲਾਈ 16 ਨੂੰ ਸੰਸਦ ਦੇ ਵਿੱਚ ਸੋਧ ਪੇਸ਼ ਕਰਕੇ ਇਸ ਕਾਨੂੰਨ ਨੂੰ ਹੋਰ ਕਮਜ਼ੋਰ ਕਰਤਾ। ਉਹਨਾਂ ਕਿਹਾ ਕਿ ਇਹਦੇ 'ਚ ਇਹ ਤਜਵੀਜ਼ ਵੀ ਪੇਸ਼ ਕੀਤੀ ਸੀ ਕਿ ਸਰਕਾਰੀ ਅਧਿਕਾਰੀਆਂ ਦੇ ਰਿਸ਼ਤੇਦਾਰ, ਜਿਨ੍ਹਾਂ ਦੇ ਵਿੱਚ ਉਹਦੀ ਪਤਨੀ, ਪੁੱਤ, ਧੀਆਂ ਤੇ ਹੋਰ ਰਿਸ਼ਤੇਦਾਰ ਸ਼ਾਮਲ ਨੇ, ਉਹ ਹਰ ਸਾਲ ਆਪਣੀ ਜਾਇਦਾਦ ਦੇ ਵੇਰਵੇ ਪੇਸ਼ ਨਹੀਂ ਕਰਨਗੇ। ਅੰਨਾ ਹਜ਼ਾਰੇ ਨੇ ਕਿਹਾ ਕਿ ਅਸਲ ਕਾਨੂੰਨ ਮੁਤਾਬਕ ਸਰਕਾਰੀ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੀ ਜਾਇਦਾਦ ਦੇ ਵੇਰਵੇ ਜਿਹੜੇ ਆ ਉਹ ਨਸ਼ਰ ਕਰਨੇ ਲਾਜ਼ਮੀ ਆ। ਉਹਨਾਂ ਇਹ ਵੀ ਕਿਹਾ ਜੀ ਕਿ ਲੋਕ ਸਭਾ ਦੇ ਵਿੱਚ ਇਹ ਸੋਧ ਬਿੱਲ ਬਿਨਾਂ ਕਿਸੇ ਬਹਿਸ ਦੇ ਇੱਕੋ ਦਿਨ ਦੇ ਵਿੱਚ ਪਾਸ ਹੋ ਗਿਆ। ਔਰ ਇਹ ਬਿੱਲ 28 ਜੁਲਾਈ ਨੂੰ ਰਾਜ ਸਭਾ 'ਚ ਪੇਸ਼ ਕੀਤਾ ਗਿਆ, 29 ਜੁਲਾਈ ਨੂੰ ਦਸਤਾਂ ਦੇ ਵਾਸਤੇ ਰਾਸ਼ਟਰਪਤੀ ਦੇ ਕੋਲ ਭੇਜ ਦਿੱਤਾ ਗਿਆ, ਔਰ ਸਿਰਫ 3 ਦਿਨਾਂ ਦੇ ਅੰਦਰ ਇਸ ਕਾਨੂੰਨ ਨੂੰ ਕਮਜ਼ੋਰ ਕਰ ਦਿੱਤਾ ਗਿਆ। ਅੰਨਾ ਹਜ਼ਾਰੇ ਹੋਰਾਂ ਨੇ ਇਹ ਵੀ ਜਿਹੜੀ ਇਹ ਗੱਲ ਪਿਛਲੇ ਦਿਨਾਂ ਦੇ ਵਿੱਚ ਕਹੀ ਆ ਕਿ ਉਹ ਕਈ ਚਿੱਠੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਲਿਖ ਚੁੱਕੇ ਨੇ ਇਹਦੇ ਬਾਰੇ ਔਰ ਕਿਸਾਨ ਖੁਦਕੁਸ਼ੀਆਂ ਦੇ ਬਾਰੇ, ਪਰ ਕਿਸੇ ਚਿੱਠੀ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਾਂ ਉਹਨਾਂ ਦੇ ਦਫ਼ਤਰ ਨੇ ਨਹੀਂ ਦਿੱਤਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਹੋਇਆ ਕਿ 23 ਮਾਰਚ ਤੋਂ ਉਹ ਦੁਬਾਰਾ ਮੋਰਚਾ ਜਿਹੜਾ ਜੀ ਉਹ ਦਿੱਲੀ ਦੇ ਵਿੱਚ ਆ ਕੇ ਲਾ ਸਕਦੇ ਜੀ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ, ਹਾਈ ਮੋਏ ਤੇ ਖੁੱਲੇ ਹੋਏ ਸੀ ਜਿਹੜੇ ਠੇਕੇ, ਤੇ ਸਰਕਾਰ ਨੇ ਉਸਦਾ ਸਖਤ ਨੋਟਿਸ ਲਿਆ। ਸਰਕਾਰ ਨੇ ਐਕਚੁਅਲੀ ਜਿਹੜੇ ਜੀ ਹਾਈ ਕੋਰਟ ਨੇ ਪਹਿਲਾਂ ਵੀ ਜਿਹੜਾ ਜੀ ਇਹਦੇ ਸੰਬੰਧੀ ਨੋਟਿਸ ਜਿਹੜਾ ਉਹ ਲਿਆ ਸੀਗਾ, ਔਰ ਹਾਈ ਕੋਰਟ ਨੇ ਹੀ ਜਿਹੜਾ ਜੀ ਉਹ ਬੰਦ ਕਰਵਾਏ ਸੀਗੇ।
ਪਰ ਇਹਨਾਂ ਦੇ ਉੱਤੇ ਕੋਈ ਜਿਹੜਾ ਦੀ ਵੱਡਾ ਅਸਰ ਨਹੀਂ ਪਿਆ, ਭਾਵ ਕਿ ਇਹ ਠੇਕੇ ਜਿਹੜੇ ਸੀ ਜਿਉਂ ਦੇ ਤਿਉਂ ਖੁੱਲੇ ਰਹੇ। ਹੁਣ ਹਾਈ ਕੋਰਟ ਦੇ ਇੱਕ ਜਿਹੜੇ ਜੱਜ ਨੇ ਜੀ, ਉਹ ਜਾ ਰਹੇ ਸੀ ਹਾਈਵੇ ਦੇ ਉੱਤੋਂ, ਔਰ ਹਾਈਵੇ ਤੇ ਉਹਨਾਂ ਨੇ ਇਹ ਠੇਕੇ ਸ਼ਰੇਆਮ ਪੰਜਾਬ ਤੇ ਹਰਿਆਣਾ ਦੀ ਹੱਦ ਦੇ ਅੰਦਰ ਜਿਹੜੇ ਉਹ ਖੁੱਲੇ ਹੋਏ ਵੇਖੇ। ਜਸਟਿਸ AK ਮਿੱਤਲ ਹੋਰਾਂ ਨੇ, ਉਹਨਾਂ ਨੇ ਇਹ ਗੱਲ ਜਿਹੜੀ ਜੀ ਕੱਲ ਟਿੱਪਣੀ ਕਰਦਿਆਂ ਕਹੀ ਕਿ ਮੈਂ ਖੁਦ ਇਹ ਠੇਕੇ ਜਿਹੜੇ ਆ ਜੀ ਦੇਖੇ ਕਿ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ, ਜਦੋਂ ਕਿ ਸੁਪਰੀਮ ਕੋਰਟ ਨੇ ਪਿਛਲੇ ਸਾਲ ਸਾਰੇ ਨੈਸ਼ਨਲ ਤੇ ਸਟੇਟ ਹਾਈਵੇ ਦੇ ਕੰਢੇ 500 ਮੀਟਰ ਤੱਕ ਦੇ ਦਾਇਰੇ ਦੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਦੇ ਉੱਤੇ ਪਾਬੰਦੀ ਲਾਈ ਸੀਗੀ। ਜਿਹੜੇ ਪਟੀਸ਼ਨ ਕਰਤਾ ਸੀ, ਜਿਹੜੇ ਸ਼ੁਰੂ ਤੋਂ ਇਹਦੇ ਵਾਸਤੇ ਜੂਝ ਰਹੇ ਆ, ਅਰਾਈਵ ਸੇਵ ਸੰਸਥਾ ਦੇ ਹਰਮਨ ਸਿੱਧੂ ਹੁਰੀ, ਉਹਨਾਂ ਦੀ ਜਿਹੜੀ ਜਨਹਿਤ ਪਟੀਸ਼ਨ ਸੀ ਉਹਦੇ ਉੱਤੇ ਉਹਨਾਂ ਨੇ ਇੱਕ ਵਾਰੀ ਫੇਰ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਜਵਾਬ ਦਾਇਰ ਕਰਨ ਦਾ ਆਦੇਸ਼ ਜਿਹੜਾ ਜੀ ਉਹ ਦਿੱਤਾ। ਇਹ ਗੱਲ ਆਖੀ ਆ ਕਿ ਦੱਸਿਆ ਜਾਵੇ ਕਿ ਜਦੋਂ ਸੁਪਰੀਮ ਕੋਰਟ ਦੇ ਹੁਕਮ ਆ ਗਏ 500 ਮੀਟਰ ਤੱਕ ਠੇਕੇ ਨਹੀਂ ਖੋਲਣੇ, ਫਿਰ ਇਹ ਠੇਕੇ ਦੇ ਲਾਇਸੈਂਸ ਕਿਵੇਂ ਦਿੱਤੇ ਗਏ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ। ਇਹਨਾਂ ਨੇ ਵੱਡੇ ਵੱਡੇ ਸਾਈਨ ਜਿਹੜੇ ਸੀ ਉਹ ਠੇਕਿਆਂ ਦੇ ਕਿਵੇਂ ਲਾ ਲਏ, ਔਰ ਠੇਕਿਆਂ ਦੇ ਉੱਤੇ ਜਿਹੜੀਆਂ ਲਾਈਟਾਂ ਫਲੈਸ਼ ਕਰਦੀਆਂ ਨੇ ਉਹਦੀ ਪਰਮਿਸ਼ਨ ਇਹਨਾਂ ਨੇ ਕਿੱਥੋਂ ਲਈ। ਜਿਹੜੇ ਪਟੀਸ਼ਨ ਕਰਤਾ ਨੇ ਹਰਮਨ ਸਿੱਧੂ ਹੁਰੀ, ਉਹਨਾਂ ਨੇ ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਦੀ ਉਹ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਔਰ ਦੱਸਿਆ ਕਿ ਪਾਣੀਪਤ ਤੋਂ ਲੈ ਕੇ ਜਲੰਧਰ ਦੇ ਦਰਮਿਆਨ 291 ਕਿਲੋਮੀਟਰ ਦਾ ਸਫ਼ਰ ਹੈ, ਪਰ ਇਸ ਹਾਈਵੇ ਦੇ ਉੱਤੇ ਹਾਦਸਿਆਂ ਦੇ ਵਾਸਤੇ ਨਿਪਟਣ ਲਈ ਟਰੋਮਾ ਸੈਂਟਰ ਹੈ ਨਹੀਂ ਗਏ, ਜਦੋਂ ਕਿ ਸ਼ਰਾਬ ਦੇ 185 ਠੇਕੇ ਖੋਲੇ ਹੋਏ ਆ ਜਿਹੜੇ ਕਿ ਹਾਦਸਿਆਂ ਨੂੰ ਸੱਦਾ ਦੇ ਰਹੇ। ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।